ਉੱਚਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸਾਨੂੰ ਗੁਰੂ ਸਾਹਿਬ ਮਤ ਦੇ ਰਹੇ ਹੈ, ਬੁੱਧੀ ਦੇ ਰਹੇ ਹੈ, ਗਿਆਨ ਦੇ ਰਿਹਾ। ਜਿਸ ਗਿਆਨ ਨੂੰ ਸਮਝ ਕੇ ਸਾਡੇ ਮਨ ਨੇ ਇੱਕ ਓੰਕਾਰ ਸ੍ਰਿਸ਼ਟੀ ਦੇ ਮਾਲਕ ਜਿਨੇ ਸਭ ਕੁਝ ਹਵਾ ਪਾਣੀ ਧਰਤੀ ਆਕਾਸ਼ ਬਣਾ ਕੇ ਸਾਨੂੰ ਪੈਦਾ ਕੀਤਾ। ਪਰ ਪੈਦਾ ਕਿਵੇਂ ਕੀਤਾ? ਹਵਾ ਤੇ ਪਾਣੀ ਦਾ ਮੇਲ ਕਰਕੇ ਆਪਦਾ ਜੀਓ ਪਾ ਕੇ ਉਹਨੂੰ ਅੱਗ 'ਚ ਰੱਖ ਕੇ ਸਾਡਾ ਸਰੀਰ ਬਣਾਇਆ। ਕਿਵੇਂ ਬਣਾਇਆ ਇਹ ਬਾਣੀ ਨੂੰ ਸਮਝ ਕੇ ਪਤਾ ਲੱਗਦਾ ਹੈ। ਸੋ ਸਾਧ ਸੰਗਤ ਜੀ, ਆਓ ਅਸੀਂ ਗੁਰੂ ਤੋਂ ਇਹ ਗਿਆਨ ਦਾ ਪ੍ਰਸ਼ਾਦ ਲਈਏ, ਮਤ ਲਈਏ। 1299 ਅੰਗ ਦੇ ਉੱਪਰ ਮਲਾਰ ਰਾਗ ਦੀ ਬਾਣੀ ਚੱਲ ਰਹੀ ਹੈ। ਵਾਰ ਦੀ ਬਾਣੀ ਹੈ। 23 ਪੌੜੀਆਂ ਦੇ ਸ਼ਲੋਕ ਕਰ ਚੁੱਕੇ ਹਾਂ। 24ਵੀਂ ਪੌੜੀ ਦਾ ਸ਼ਲੋਕ ਕਰਨਾ ਹੈ। ਆਓ ਪਹਿਲਾਂ ਅਰਦਾਸ ਕਰੀਏ, ਬੇਨਤੀ ਕਰੀਏ ਉਸ ਮਾਲਕ ਪ੍ਰਭੂ ਏਕ ਓੰਕਾਰ ਖੋਲੇ ਕਿ ਸਾਡੇ 'ਤੇ ਮਿਹਰ ਕਰੋ, ਕਿਰਪਾ ਕਰੋ, ਦਇਆ ਕਰੋ, ਸਾਨੂੰ ਬਾਣੀ ਦੀ ਸਮਝ ਬਖਸ਼ੋ, ਬਾਣੀ ਅਨੁਸਾਰ ਚੱਲਣ ਦੀ ਤਾਕਤ ਦਿਓ, ਸਾਨੂੰ ਬਾਣੀ ਪੜ੍ਹਨੀ, ਸਮਝਣੀ ਤੇ ਕਮਾਉਣੀ ਆ ਜਾਵੇ। ਇਹੋ ਜਿਹੀ ਕਿਰਪਾ ਕਰ ਦਿਓ, ਮਿਹਰ ਕਰੋ। ਸ਼ਲੋਕ ਮਹੱਲਾ ਪਹਿਲਾ। पौने पानी अग्नि जियो तन किया, खुशियाँ क्या पीड़, धरती पताली आकाशी, एक दर रहन वजीर, एक ना वड्डी आरजा, एक मर होए जहीर, एक दे खाए निखुट्टे नाही, एक सदा फिरे फकीर, हुक्मी साजे हुक्मी टाहे, एक चले एक चसे मैं लख, सबको नथे नथया खसमे तोड़े नथ, वरना चेहना बाहरा लेखे बाज अलख, क्यों कथिए क्यों आखिए जापे सचो सच, कहना कथना कार सब नानक आप अकथ, अकथ की कथा सुने रिद्ध बुद्ध सिद्ध ज्ञान सदा सुख होए। गुरु साहब ने इस श्लोक दे विच साडा सारा जीवन बयान कर दिता। आदमी का जीवन बयान करता भी आदमी पैदा भी किवें हुंदा ते पैदा हो के किवें जिंदगी बतीत करदा। कोई अमीर इन्ना बन जाता, किसी नूं पता ही नहीं किन्ना धन है। कोई फकीर ही हुंदा, मसा रोटी शाम नूं मिलदी उहनूं। किसी नूं सारी उम्र खुशियां मिलदियां रहिंदियां, कोई सारी उम्र पीड़ दे विच दुखां च ही रहिंदा। ਉਹਦਾ बड़ा अवला खेड है ये। गुस्सा कहते आदमी नूं समझा रहे, सानू समझा रहे भी तैनूं किवें उस परमात्मा ने
ਆਪਦਾ ਇੱਕ ਜੀਓ ਪੈਦਾ ਕੀਤਾ, ਉਹਨੂੰ ਫਿਰ ਹਵਾ 'ਚ ਪਾਇਆ, ਫਿਰ ਪਾਣੀ 'ਚ ਪਾਇਆ, ਫਿਰ ਉਹ ਹਵਾ ਤੇ ਪਾਣੀ ਅੱਗ 'ਚ ਗਏ, ਉਸ ਜੀਓ ਨੂੰ ਫਿਰ ਇਹ ਸਰੀਰ ਮਿਲ ਜਾਂਦਾ ਹੈ। ਅਸੀਂ ਆਹ ਸਰੀਰ ਆਪਦਾ ਮਾਂ ਦੇ ਗਰਭ ਤੋਂ ਲਿਆ ਹੈ, ਪਰ ਮਾਂ ਦੇ ਗਰਭ ਤੋਂ ਪਹਿਲਾਂ ਅਸੀਂ ਪਾਣੀ ਬਣੇ, ਪਾਣੀ ਅਸੀਂ ਪਿਤਾ ਦੇ ਸਰੀਰ 'ਚ ਬਣੇ, ਪਰ ਪਿਤਾ ਦੇ ਸਰੀਰ ਤੋਂ ਪਹਿਲਾਂ ਹਵਾ ਬਣੀ, ਉਹ ਜੀਓ ਹਵਾ ਬਣਿਆ। ਇੱਥੇ ਗੁਰੂ ਸਾਹਿਬ ਨੇ ਬੜਾ ਕਲੀਅਰ ਕੀਤਾ ਹੈ, ਮੈਡੀਕਲ ਦਾ ਪੂਰਾ ਮੈਡੀਕਲ ਹੀ ਸਾਨੂੰ ਸਮਝਾ ਰਿਹਾ ਵੀ ਕਿਵੇਂ ਅਸੀਂ ਪੈਦਾ ਹੁੰਦੇ ਹਾਂ। ਪੌਣੇ ਪਾਣੀ ਅਗਨੀ ਜੀਓ ਤਿੰਨ ਕੀਆ, ਤਿੰਨ ਕਿਨੇ ਉਸ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਨੇ ਇਹ ਜਿਹਾ ਸਿਸਟਮ ਬਣਾਇਆ ਕਿ ਆਦਮੀ ਦਾ ਸਰੀਰ ਬਣ ਕੇ ਆ ਜਾਂਦਾ ਹੈ। ਪਰ ਸ਼ੁਰੂਆਤ ਕਿੱਥੋਂ ਹੈ? ਪਹਿਲਾਂ ਜੀਓ ਆਉਂਦਾ, ਉਹ ਹਵਾ ਬਣਦਾ, ਹਵਾ ਉਹ ਪਿਤਾ ਦੇ ਸਰੀਰ 'ਚ ਪ੍ਰਵੇਸ਼ ਕਰਦੀ ਹੈ, ਇੱਥੇ ਪਾਣੀ ਬਣਦਾ, ਪਾਣੀ ਫਿਰ ਮਾਂ ਦੇ ਸਰੀਰ 'ਚ ਜਾਂਦਾ ਹੈ। ਉੱਥੇ ਹਵਾ ਤੇ ਪਾਣੀ ਨੂੰ ਅੱਗ 'ਚ ਰੱਖ ਕੇ ਫਿਰ ਇਹ ਸਰੀਰ ਬਣਦਾ ਹੈ। ਦੁਬਾਰਾ ਫਿਰ ਸਰੀਰ ਬਣ ਕੇ ਦੁਨੀਆ 'ਚ ਆ ਜਾਂਦਾ ਹੈ। ਪੂਰਾ ਸਰੀਰ ਬਣ ਜਾਂਦਾ ਇਹ 10 ਮਹੀਨਿਆਂ ਦੇ ਵਿੱਚ। ਤੇ ਕੋਈ ਤਾਂ ਬੜੇ ਅਮੀਰ ਘਰ ਦੇ ਵਿੱਚ ਪੈਦਾ ਹੋ ਜਾਂਦਾ ਹੈ, ਰੋਜ਼ ਖੁਸ਼ੀਆਂ ਮਾਣਦਾ ਹੈ, ਤੇ ਕੋਈ ਪੀੜ ਦੇ ਵਿੱਚ ਰਹਿੰਦਾ, ਦੁੱਖਾਂ 'ਚ ਰਹਿੰਦਾ ਹੈ। ਦੁਨੀਆ ਦਾ ਧਨ ਕਿਸੇ ਕੋਲ ਵੱਧ ਹੁੰਦਾ ਹੈ, ਕਿਸੇ ਕੋਲੇ ਘੱਟ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਨੇ ਤਿੰਨਾਂ ਤੱਤਾਂ ਨੂੰ ਮਿਲਾ ਕੇ ਜੀਵ ਬਣਾਇਆ, ਤੇ ਉਹ ਜੀਵ ਨੂੰ ਮਾਂ ਦੇ ਗਰਭ 'ਚ ਭੇਜ ਕੇ ਇਹ ਅਸਚਰਜ ਖੇਡ ਬਣਾਈ, ਸਰੀਰ ਬਣਾ ਦਿੰਦਾ ਹੈ। ਤੇ ਉਸ ਬੱਚੇ ਨੂੰ ਨਹੀਂ ਪਤਾ ਹੁੰਦਾ ਉਹ ਵੀ ਅਮੀਰ ਪੈਦਾ ਹੋ ਰਿਹਾ ਕਿ ਗਰੀਬ ਪੈਦਾ ਹੋ ਰਿਹਾ। ਕਈ ਤਾਂ ਸਾਰੀ ਉਮਰ ਦੁਖੀ ਰਹਿੰਦੇ, ਕਈ ਵੇਲੇ ਹੀ ਖਾਈ ਜਾਂਦੇ, ਸੁਖੀ ਰਹਿੰਦੇ ਦੁਨੀਆ ਦੇ ਪਦਾਰਥਾਂ ਨਾਲ। ਇਸ ਤਰ੍ਹਾਂ ਦੀ ਜ਼ਿੰਦਗੀ ਹੋ ਰਹੀ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਕਮੇ 'ਚ ਕਿਸੇ ਨੂੰ ਤਾਂ ਬਖਸ਼ਿਸ਼ਾਂ ਮਿਲ ਰਹੀਆਂ, ਕਿਸੇ ਸਦਾ ਪਵਾਈਏ ਸਾਰਾ ਉਮਰ ਹੀ ਵਿਚਾਰਾ ਧੱਕੇ ਖਾਂਦਾ ਰਹਿੰਦਾ, ਸਾਰੀ ਉਮਰ ਮਿਹਨਤ ਕਰਦਾ ਰਹਿੰਦਾ, ਤੇ ਰੋਟੀ ਵੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ। ਇਹ ਸਾਰਾ ਉਹਦਾ ਖੇਲ ਹੈ। ਕਿਸੇ ਨੂੰ ਤਾਂ ਪਾਤਸ਼ਾਹ ਬਣਾ ਕੇ ਭੇਜ ਦਿੰਦਾ, ਕਿਸੇ ਨੂੰ ਭਿਖਾਰੀ ਬਣਾ ਕੇ ਭੇਜ ਦਿੰਦਾ। ਧਰਤੀ ਆਕਾਸ਼ ਪਤਾਲੀ ਆਕਾਸ਼ੀ, ਇੱਕ ਦਾ ਰਹਿਣ ਵਜ਼ੀਰ। ਕਈ ਧਰਤੀ ਤੇ ਹਨ, ਸਮਝ ਲਓ ਸਧਾਰਨ ਜ਼ਿੰਦਗੀ ਬਿਤਾਉਂਦੇ ਆ। ਇੱਕ ਤਾਂ ਸਧਾਰਨ ਹੁੰਦੇ, ਦਰਮਿਆਨੇ, ਜਿਹਨੂੰ ਮਿਡਲ ਕਲਾਸ ਕਹਿ ਦਿੰਦੇ। ਇੱਕ ਕਈ ਪਤਾਲ 'ਚ ਹੁੰਦੇ ਆ, ਬੜੇ ਹੀ ਗਰੀਬ ਹੁੰਦੇ ਆ। ਇੱਕ ਆਕਾਸ਼ੀ, ਸਮਝ ਲਓ ਬੜੇ ਰਾਜੇ ਬਣੇ ਰਹਿੰਦੇ, ਦਰਬਾਰਾਂ 'ਚ ਵਜ਼ੀਰ ਬਣੇ ਰਹਿੰਦੇ। ਇਹ ਸਾਰਾ ਖੇਲ ਹੈ। ਜਿਵੇਂ ਇੱਕ ਫਿਲਮ ਹੁੰਦੀ ਹੈ, ਉਹਦੇ 'ਚ ਕਿਸੇ ਨੂੰ ਹੀਰੋ ਬਣਾਤਾ, ਕੋਈ ਵਿਲਨ ਬਣ ਜਾਂਦਾ, ਕੋਈ ਰੋਲ ਕਰਦਾ, ਕੋਈ ਕਾਸੇ ਦਾ ਰੋਲ ਕਰਦਾ। ਇਵੇਂ ਹੀ ਪਰਮਾਤਮਾ ਨੂੰ ਅਮੀਰ ਵੀ ਚਾਹੀਦੇ, ਗਰੀਬ ਵੀ ਚਾਹੀਦੇ, ਹਰ ਇੱਕ ਤਰ੍ਹਾਂ ਦੇ ਬਣਾ ਕੇ ਭੇਜਦਾ। ਕਿਸੇ ਨੂੰ ਖੁਸ਼ੀਆਂ ਮਿਲਦੀਆਂ, ਕਿਸੇ ਨੂੰ ਪੀੜਾ ਮਿਲੀ ਜਾਂਦੀਆਂ। ਕਿਸੇ ਦਰਮਿਆਨੀ ਲਾਈਫ ਜਿਉਂਦਾ, ਕੋਈ ਜਮਾਂ ਗਰੀਬੀ ਦੀ ਰੇਖਾ 'ਚ ਰਹਿੰਦਾ, ਕੋਈ ਬੜਾ ਹੀ ਬੇਹੱਦ ਅਮੀਰੀ 'ਚ ਰਹਿੰਦਾ। ਇੱਕ ਨਾ ਵੱਡੀ ਆਰਜਾ, ਇੱਕ ਮਰ ਹੋਏ ਜ਼ਹੀਰ। ਕਈਆਂ ਬੰਦਿਆਂ ਨੂੰ ਲੰਮੀ ਉਮਰ ਹੁੰਦੀ ਹੈ, ਕਈ ਘੱਟ ਉਮਰੇ ਹੀ ਮਰ ਜਾਂਦੇ ਆ, ਛੋਟੀ ਉਮਰ ਹੁੰਦੇ ਆ, ਤੇ ਦੁਖੀ ਵੀ ਰਹਿੰਦੇ ਕਈ।
ਇੱਕ ਦੇ ਖਾਏ ਨਖੁੱਟੇ ਨਹੀਂ। ਇਹ ਕੋਲ ਇੰਨਾ ਧਨ ਹੁੰਦਾ ਜਿੰਨਾ ਮਰਜ਼ੀ ਖਾਈ ਜਾਵੇ, ਮੁੱਕਦਾ ਹੀ ਨਹੀਂ। ਇੱਕ ਸਦਾ ਫਿਰੇ ਫਕੀਰ, ਇੱਕ ਵਿਚਾਰਾ ਸਦਾ ਕੰਗਾਲ ਹੋਇਆ, ਦਰ ਦਰ ਤੇ ਵੀ ਤੁਰਿਆ ਫਿਰਦਾ ਹੈਗਾ। ਉਹ ਇੱਕ ਖਾਏ, ਆਪ ਵੀ ਵਾਧੂ ਖਾਂਦਾ, ਨਖੁੱਟੇ ਨਹੀਂ, ਹੋਰ ਵੀ ਭਾਵੇਂ ਮੰਡੀ ਜਾਵੇ, ਇੰਨਾ ਅਮੀਰ ਪੈਦਾ ਕਰ ਦਿੰਦਾ ਕਿਸੇ ਨੂੰ। ਇੱਕ ਸਦਾ ਫਿਰੇ ਫਕੀਰ। ਹੁਣ ਸਾਰੀ ਦੁਨੀਆ ਬਾਰੇ ਦੱਸ ਰਿਹਾ ਗੁਰੂ ਸਾਹਿਬ, ਕਿਸ ਤਰ੍ਹਾਂ ਦੀ ਦੁਨੀਆ ਪੈਦਾ ਹੁੰਦੀ ਹੈ। ਹੁਕਮੀ ਸਾਜੇ ਹੁਕਮੀ ਟਾਹੇ। ਹੁਕਮ ਦੇ ਵਿੱਚ ਹੀ ਸਰੀਰ ਹੁੰਦਾ, ਹੁਕਮ ਦੇ ਵਿੱਚ ਹੀ ਮੌਤ ਹੁੰਦੀ ਹੈ। ਹਰ ਬਿਨ ਮਾਰ ਜਵਾਲ ਨਾ ਸਾਕੇ ਕੋਈ। ਗੁਰੂ ਸਾਹਿਬ ਸਾਡੇ ਮਨ ਨੂੰ ਕਹਿੰਦੇ, ਮਨਾ ਤੈਨੂੰ ਨਾ ਕੋਈ ਜਿੰਦਾ ਰੱਖ ਸਕਦਾ ਤੇ ਨਾ ਹੀ ਕੋਈ ਮਾਰ ਸਕਦਾ, ਪਰ ਤੂੰ ਨਿਸਲ ਤੇ ਨਿਸ਼ਚਿੰਤ ਹੋ ਕੇ ਰਿਹਾ ਕਰ, ਬੇਫਿਕਰ ਹੋ ਕੇ ਰਹਿ ਜਿੰਨਾ ਚਿਰ ਰਹਿਣਾ ਹੈ। ਜਿੱਦਣ ਮਰਨਾ ਹੈ ਮਰਨਾ ਹੀ ਹੈ, ਸਰੀਰ ਛੱਡਣਾ ਹੀ ਪੈਣਾ। ਏਕ ਚੱਸੇ ਮੈਂ ਲੱਖ। ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦਾ ਹੁਕਮ ਚੱਲ ਰਿਹਾ, ਕੋਈ ਜੰਮ ਰਿਹਾ, ਕੋਈ ਮਰ ਰਿਹਾ। ਇੱਕ ਸਕਿੰਟ 'ਚ ਪਤਾ ਨਹੀਂ ਕਿੰਨੇ ਪੈਦਾ ਹੋ ਜਾਂਦੇ ਤੇ ਕਿੰਨੇ ਮਰ ਜਾਂਦੇ, ਖਤਮ ਹੋ ਜਾਂਦੇ ਆ। ਲੱਖਾਂ ਹੀ ਜਿਹੜੀ ਕਰੋੜਾਂ ਹੀ ਜੀਵ ਇੱਕ ਆਪਣੇ ਬੋਲਦੇ ਬੋਲਦੇ ਪੈਦਾ ਹੋ ਗਏ ਤੇ ਮੌਤ ਵੀ ਹੋ ਗਈ ਹੋਣੀ ਹੈ। ਇਸ ਤਰ੍ਹਾਂ ਜਨਮ ਮਰਨ ਦਾ ਖੇਲ ਚੱਲ ਰਿਹਾ। ਕੋਈ ਅਮੀਰ ਜੰਮ ਰਿਹਾ, ਕੋਈ ਗਰੀਬ ਜੰਮ ਰਿਹਾ। ਕਿਸੇ ਕੋਲੇ ਵਾਧੂ ਪੈਸਾ ਹੈ, ਕਿਸੇ ਕੋਲੇ ਆਟਾ ਖਾਣ ਨੂੰ ਵੀ ਨਹੀਂ ਹੈ। ਪਰ ਗੁਰੂ ਸਾਹਿਬ ਨੇ ਸਭ ਕੋ ਨੱਥੇ ਨੱਥਿਆ, ਖਸਮੇ ਤੋੜੇ ਨੱਥ। ਪਰ ਗੁਰੂ ਸਾਹਿਬ ਕਹਿੰਦੇ ਭਾਈ ਕੋਈ ਪਿਛਲਾ ਹਿਸਾਬ ਕਿਤਾਬ ਦੇ ਨਾਲ, ਪਿਛਲੀ ਸੰਸਕਾਰਾਂ ਦੇ ਹਿਸਾਬ ਨਾਲ ਉਹਦਾ ਜਨਮ ਉਸ ਘਰ 'ਚ ਹੁੰਦਾ ਹੈ। ਇਹ ਸਾਰੀ ਨੱਥ ਉਸ ਪਰਮਾਤਮਾ ਦੇ ਹੱਥ 'ਚ ਹੈ। ਇਹ ਸਾਰਾ ਹੁਕਮ ਪਰਮਾਤਮਾ ਦੇ ਹੱਥ 'ਚ ਹੈ। ਕਿਸੇ ਤੇ ਬਖਸ਼ ਕਰਦਾ, ਕਿਸੇ ਦੇ ਬੰਧਨ ਤੋੜਦਾ, ਉਹਦੇ ਬੰਧਨ ਵੀ ਤੋੜ ਦਿੰਦਾ। ਬਖਸ਼ੇ ਤੋੜੇ ਨੱਥ। ਹੁਣ ਕਿਹੜੇ ਬੰਧਨ ਹੈ? ਲੋਭ ਮੋਹ ਹੰਕਾਰ। ਇਹ ਬੰਧਨਾਂ ਦੇ ਹਿਸਾਬ ਦੇ ਨਾਲ ਹੀ ਉਹਨੂੰ ਉਹੋ ਜਿਹੇ ਪਰਿਵਾਰ 'ਚ ਪੈਦਾ ਕਰਦਾ। ਜੇ ਕੋਈ ਲੋਭੀ ਹੈ ਤਾਂ ਲੋਭ ਦੇ ਹਿਸਾਬ ਨਾਲ ਉਹਦਾ ਜਨਮ ਹੁੰਦਾ ਹੈ। ਹੰਕਾਰੀ ਕਾਮੀ ਹੈ, ਉਹਦੇ ਹਿਸਾਬ ਨਾਲ ਉੱਥੇ ਜਨਮ ਹੁੰਦਾ ਉਹਦਾ। ਉਹ ਜਿਹੇ ਪਰਿਵਾਰ 'ਚ ਉਹਦਾ ਜਨਮ ਹੋ ਜਾਂਦਾ ਹੈ। ਪਰ ਇਹ ਬੜਾ ਵੱਡੀ ਨੱਥ ਹੈ। ਬੱਚਾ ਜੰਮਣ ਸਾਰ ਫਿਰ ਲੋਭ ਮੋਹ ਹੰਕਾਰ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਪੰਜਾਂ ਦੀ ਨੱਥ ਜਿਹੜਾ ਹੈਗਾ ਪਰਮਾਤਮਾ ਨਾਲ ਜੁੜ ਕੇ ਟੁੱਟ ਵੀ ਜਾਂਦੀ ਹੈ ਦੁਬਾਰਾ। ਪਰ ਉਹ ਆਪ ਕਿਹੋ ਜਿਹਾ ਹੈ ਜਿਹੜਾ ਐਡਾ ਵੱਡਾ ਸਿਸਟਮ ਚਲਾ ਰਿਹਾ ਹੈ। ਉਹਦਾ ਆਪਦਾ ਕੋਈ ਸਰੀਰ ਨਹੀਂ ਹੈ, ਰੂਪ ਨਹੀਂ ਹੈ, ਰੇਖ ਨਹੀਂ ਹੈ। ਵਰਨਾ ਚਹਿਨਾ ਬਾਹਰਾ ਲੇਖੇ ਬਾਝ ਅਲਖ। ਪਰ ਉਹ ਪ੍ਰਭੂ ਆਪ ਲੇਖੇ ਤੋਂ ਉੱਪਰ ਹੈ। ਆਪ ਕਿਸੇ ਸ਼ਕਲ, ਸਪੈਸ਼ਲ ਸ਼ਕਲ ਦੇ ਵਿੱਚ ਨਹੀਂ ਹੈ। ਉਸਦਾ ਕੋਈ ਰੰਗ ਰੂਪ ਨਹੀਂ, ਕੋਈ ਚੱਕਰ ਚੇਨ ਨਹੀਂ ਹੈ ਵੀ ਇਹੋ ਜਿਹਾ ਦਾ ਨੱਕ ਹੈ, ਇਹੋ ਜਿਹੀਆਂ ਅੱਖਾਂ, ਇਹੋ ਜਿਹਾ ਮੱਥਾ ਹੈ। ਕੋਈ ਆਪ ਦਾ ਅਲੱਗ ਸਾਡੇ ਨਾਲ ਕੋਈ ਅਲੱਗ ਸਪੈਸ਼ਲ ਨਹੀਂ ਹੈ। ਉਹ ਸਾਡੇ ਸਭ ਦੇ ਵਿੱਚ ਹੀ ਹੈ। ਜੇ ਉਹਦਾ ਰੂਪ ਵੇਖਣਾ ਤਾਂ ਬਸ ਸਾਰਿਆਂ ਦੇ ਰੂਪ ਉਸੇ ਦੇ ਰੂਪ ਹੀ ਹੈ, ਸਾਰਿਆਂ ਦੇ ਵਿੱਚ ਉਹੀ ਹੈ। ਪਰ ਕਹਿੰਦੇ ਕਿਉਂ ਕਥੀਏ, ਕਿਉਂ ਆਖੀਏ, ਜਾਪੇ ਸੱਚੋ ਸੱਚ। ਉਹਦਾ ਸਰੂਪ ਬਿਆਨ ਨਾ ਕੀਤਾ ਗਿਆ, ਨਾ ਕੀਤਾ ਜਾ ਸਕੂਗਾ। ਉਂਝ ਹਰ ਵੇਲੇ ਹਰ ਥਾਂ ਵਸਦਾ ਤੇ ਦਿਸਦਾ ਹੈ, ਪਰ ਉਹ ਦੇਖਣਾ ਕਿਸੇ ਨਹੀਂ ਆਉਂਦਾ ਜਿਹਦੇ ਕੋਲੇ ਗੁਰੂ ਦੀ ਅੱਖ ਆ ਜਾਂਦੀ ਹੈ, ਗੁਰੂ ਦੇ ਗਿਆਨ ਦੀ ਅੱਖ ਆ ਜਾਂਦੀ ਹੈ। ਉਂਝ ਤਾਂ ਹਰ ਥਾਂ ਹੋਂਦ ਵਾਲਾ ਹੈ, ਜਾਪੇ ਜਾਪਦਾ ਹੈ, ਦਿਖਦਾ ਹੈ। ਸਭ ਥਾਂ ਸੱਚੋ ਸੱਚ ਹੈ, ਸਭ ਦੇ ਵਿੱਚ ਵਸ ਰਿਹਾ।
ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਥ। ਪਰ ਗੁਰੂ ਸਾਹਿਬ ਕਹਿੰਦੇ ਭਾਈ ਜੀਵ ਜੋ ਕੁਝ ਕਰ ਰਹੇ ਹਨ, ਬੋਲ ਰਹੇ ਹਨ, ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰੀ ਹੈ। ਜਿਤ ਜਿਤ ਲਾਵੇ ਤਿਤ ਤਿਤ ਲਗਨਾ, ਕਰਤੇ ਕੀ ਕਰਤਾ ਜਾਣੇ ਰਚਨਾ। ਬਸ ਜਿੱਥੇ ਉਹ ਲਾਉਂਦਾ ਹੈ ਉੱਥੇ ਪੈਦਾ ਕਰ ਦਿੰਦਾ ਹੈ, ਤੇ ਆਦਮੀ ਉੱਥੇ ਉਹੋ ਜਿਹਾ ਜੀਵਨ ਆਪਣਾ ਸ਼ੁਰੂ ਕਰ ਲੈਂਦਾ ਹੈ, ਉਹ ਜੀ ਜ਼ਿੰਦਗੀ ਬਤੀਤ ਕਰਦਾ ਜਾਂਦਾ ਹੈ। ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਥ। ਬੋਲਦਾ ਹੈ, ਕਰਦਾ ਹੈ, ਸਭ ਪਰਮਾਤਮਾ ਦੀ ਭਾਈ ਉਵੇਂ ਬੋਲ ਰਹੇ ਹਾਂ ਅਸੀਂ, ਉਹੋ ਜਿਹੀ ਕਾਰ ਕਰ ਰਹੇ ਹਾਂ। ਪਰ ਉਹ ਆਪ ਐਸਾ ਹੈ ਕਿ ਜਿਸ ਨੂੰ ਬਿਆਨ ਨਹੀਂ ਹੋ ਸਕਦਾ। ਆਪ ਪਤਾ ਹੀ ਨਹੀਂ ਕੀ ਕੁਛ ਕਰ ਰਿਹਾ। ਅਕਥ ਕੀ ਕਥਾ ਸੁਣੇ। ਪਰ ਜਿਹੜਾ ਮਨੁੱਖ ਗੁਰੂ ਤੋਂ ਉਸ ਏਕੰਕਾਰ ਦੀ ਅਕਥ ਕਥਾ ਨੂੰ ਸੁਣਦਾ ਹੈ, ਸਮਝਦਾ ਹੈ, ਗਾਉਂਦਾ ਹੈ, ਉਹਨੂੰ ਬੜੇ ਸੁੱਖ ਮਿਲਦੇ ਆ। ਫਿਰ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਈ। ਕਹਿੰਦੇ ਉਸ ਨੂੰ ਬੜੀ ਰਿੱਧੀ ਸਿੱਧੀਆਂ ਆ ਜਾਂਦੀਆਂ, ਬੁੱਧੀ ਆ ਜਾਂਦੀ ਹੈ, ਗਿਆਨ ਆ ਜਾਂਦਾ, ਬੜਾ ਸੁੱਖ ਪ੍ਰਾਪਤ ਹੁੰਦਾ। ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ, ਸਿੱਖਾਂ ਦਾ ਮਨ ਨੀਵਾਂ ਹੋ ਜਾਂਦਾ, ਮੱਤ ਉੱਚੀ ਹੋ ਜਾਂਦੀ ਹੈ ਜਦੋਂ ਗੁਰੂ ਤੋਂ ਉਸ ਪਰਮਾਤਮਾ ਦੀ ਅਕਥ ਕਥਾ ਸੁਣਦੇ ਆ। ਸਾਰੀ ਬਾਣੀ ਸਾਨੂੰ ਏਕਮ ਦੀ ਗੱਲ ਸੁਣਾਉਂਦੀ ਹੈ। ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ। ਗੁਰੂ ਸਾਡੇ ਮਿੱਤਰ ਹੈ। ਏਕ ਓਂਕਾਰ ਹਰੀ ਪਰਮਾਤਮਾ ਬਾਰੇ ਹੀ ਦੱਸ ਰਹੇ, ਉਹਦੇ ਬਾਰੇ ਸਮਝਾਉਂਦੇ ਆ। ਇਸ ਪਹਿਲੇ ਸ਼ਲੋਕ ਦੇ ਵਿੱਚ ਸਾਡਾ ਸਾਰਾ ਜੀਵਨ ਬਿਆਨ ਕਰਦਾ। ਸਾਡਾ ਜਨਮ ਵੀ ਹੋ ਗਿਆ ਤੇ ਕਿਹੋ ਅਸੀਂ ਬਣ ਗਏ, ਕੋਈ ਅਮੀਰ, ਕੋਈ ਗਰੀਬ, ਕੋਈ ਦੁਖੀ, ਕੋਈ ਸੁਖੀ, ਇਸ ਤਰ੍ਹਾਂ ਦਾ ਜੀਵਨ ਚੱਲ ਰਿਹਾ। ਪਰ ਹਵਾ ਤੇ ਪਾਣੀ ਤੇ ਅੱਗ ਦੇ ਵਿੱਚ ਆਪਦਾ ਜੀਓ ਪਾ ਕੇ ਸਾਡਾ ਸਰੀਰ ਬਣਾਉਂਦਾ। ਹੁਣ ਫਿਰ ਜੀਓ ਕੱਢ ਲੈਂਦਾ ਤੇ ਆਦਮੀ ਦੀ ਮੌਤ ਹੋ ਜਾਂਦੀ ਹੈ, ਸਰੀਰ ਖਤਮ ਹੋ ਜਾਂਦਾ ਹੈ। ਮਹੱਲਾ ਪਹਿਲਾ। ਅਸਰ ਜਰੇ ਤਾਂ ਨੌ ਕੁਲ ਬੰਦ, ਪੂਜੇ ਪ੍ਰਾਨ ਹੋਵੇ ਥਿਰ ਕੰਧ। ਕਹਾਂ ਤੇ ਆਇਆ ਕਹਾਂ ਇਹ ਜਾਨ, ਜੀਵਤ ਮਰਤ ਰਹੇ ਪਰਵਾਨ। ਹੁਕਮੇ ਬੂਝੇ ਤਤ ਪਛਾਨੇ, ਇਹ ਪ੍ਰਸ਼ਾਦ ਗੁਰੂ ਤੇ ਜਾਣੇ। ਹੋਂਦਾ ਫੜੀਅਗ ਨਾਨਕ ਜਾਨ, ਨਾ ਹੋ ਨਾ ਮੈਂ ਜੂਨੀ ਪਾਨ। ਗੁਰੂ ਸਾਹਿਬ ਇਸ ਸ਼ਲੋਕ 'ਚ ਵੀ ਸਾਨੂੰ ਬਹੁਤ ਕੁਝ ਸਮਝਾਉਂਦੇ ਹੈ। ਅਜ਼ਰ ਜਰੇ, ਗੁਰੂ ਸਾਹਿਬ ਕਹਿੰਦੇ ਇੱਥੇ ਇੰਨੇ ਦੁੱਖ ਹੈ, ਸਾਰਾ ਸੰਸਾਰ ਦੁਖੀ ਹੈ ਤੇ ਜਰੇ ਨਹੀਂ ਜਾਂਦੇ, ਬੜਾ ਦੁਖੀ ਹੁੰਦੇ ਆ ਲੋਕ। ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਮੇਰੇ ਨਾਲ ਚੱਲੂਗਾ, ਮੇਰੀ ਮੱਤ ਤੇ ਚੱਲੂਗਾ, ਉਹ ਜੋ ਚੀਜ਼ਾਂ ਅਸੀਂ ਜਰ ਨਹੀਂ ਸਕਦੇ, ਸਹਿ ਨਹੀਂ ਸਕਦੇ, ਉਹ ਜਰਨ ਦੀ ਤਾਕਤ ਆ ਜਾਂਦੀ, ਦੁੱਖਾਂ ਨੂੰ ਝੱਲਣ ਦੀ ਤਾਕਤ ਆ ਜਾਂਦੀ ਹੈ। ਗੁਰੂ ਸਾਹਿਬ ਨੇ ਸਿੱਖ ਇਤਿਹਾਸ ਦੇ ਵਿੱਚ ਸਾਰਾ ਕੁਛ ਕਰਕੇ ਦਿਖਾਤਾ। ਅਜ਼ਰ ਜਰੇ, ਆਰੇ ਵੀ ਚਲਾ ਲਏ, ਖੋਪੜੀਆਂ ਲਵਾ ਲਈਆਂ, ਚਰਖੜੀਆਂ ਚੜ੍ਹ ਗਏ, ਦੇਗਾਂ 'ਚ ਉਬਲ ਗਏ। ਜੋ ਚੀਜ਼ ਨਹੀਂ ਚੱਲ ਸਕਦੇ ਚੱਲ ਕੇ ਦਿਖਾ ਦਿੱਤਾ। ਤਾਂ ਅਸੀਂ ਰੋਜ਼ ਅਰਦਾਸ 'ਚ ਬੋਲਦੇ ਆ, ਤਿੰਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੇ ਵਾਹਿਗੁਰੂ ਬੋਲੀ ਤੇ ਉਹਨਾਂ ਦੇ ਅੰਦਰ ਇੱਕ ਤਾਕਤ ਆਈ। ਉਹ ਆਪਦੇ ਸਰੀਰ ਨੂੰ ਬੰਦ ਕਟਾ ਗਏ, ਖੋਪਰੀਆਂ ਲਵਾ ਗਏ, ਕੋਈ ਪਰਵਾਹ ਨਹੀਂ ਸੀ, ਕੋਈ ਸੀ ਨਹੀਂ ਕੀਤੀ ਉਹਨਾਂ ਨੇ। ਅੱਜ ਵੀ ਜਿਹੜੇ ਦੁੱਖ ਸਾਥੋਂ ਨਹੀਂ ਝੱਲੇ ਜਾਂਦੇ, ਉਹ ਝੱਲਣ ਦੀ ਤਾਕਤ ਆ ਜਾਊ, ਦੁੱਖ ਸੁੱਖ ਨੂੰ ਬਰਾਬਰ ਕਰਕੇ ਮੰਨਣ ਲੱਗ ਜਾਵਾਂਗੇ। ਅਸਰ ਜਰੇ ਤਾਂ ਨੌ ਖੁੱਲ ਬੰਦ। ਗੁਰੂ ਸਾਹਿਬ ਕਹਿੰਦੇ ਨਾਮ ਦੀ ਇੱਕ ਬੜੀ ਪਾਵਰ ਹੈ।
ਜਦੋਂ ਨਾਮ ਆ ਜਾਂਦਾ ਹੈ, ਜਦੋਂ ਨਾਮ ਦੇ ਮਨ 'ਚ ਪ੍ਰਵੇਸ਼ ਕਰਦਾ ਹੈ, ਮਨ ਬੜਾ ਸਟਰੋਂਗ ਹੋ ਜਾਂਦਾ ਹੈ ਤੇ ਪੰਜਾਂ ਨੂੰ ਕਾਬੂ ਕਰ ਲੈਂਦਾ ਹੈ। ਮਨ ਵਿਕਾਰਾਂ ਤੋਂ ਡਿੱਗਣਾ ਰੁਕ ਜਾਂਦਾ, ਨਹੀਂ ਤਾਂ 24 ਘੰਟੇ ਪੰਜਾਂ ਬਾਰੇ ਸੋਚਦਾ ਰਹਿੰਦਾ। ਹੁਣ ਅਜਰ ਜਰੇ ਕੀ ਆ, ਅਸੀਂ ਆਪਦੀ ਮੱਤ ਦੇ ਨਾਲ ਆਪਦੇ ਮਨ ਨੂੰ ਪੰਜਾਂ ਵਿਕਾਰਾਂ ਤੋਂ ਨਹੀਂ ਕੱਢ ਸਕਦੇ, ਪਰ ਗੁਰੂ ਦੀ ਮੱਤ 'ਤੇ ਚੱਲ ਕੇ ਨਾਮ ਲੈ ਕੇ ਇਹ ਪੰਜੇ ਕਾਬੂ ਆ ਜਾਂਦੇ। ਜੋ ਕੰਮ ਨਹੀਂ ਹੁੰਦਾ ਉਹ ਵੀ ਕਰ ਸਕਦੇ ਅਸੀਂ, ਜੋ ਦੁੱਖ ਸਹਿਣ ਨਹੀਂ ਹੋ ਸਕਦੇ ਉਹ ਵੀ ਸਹਿਣ ਦੀ ਤਾਕਤ ਆ ਜਾਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨਾਮ ਦੀ ਗੱਲ ਹੈ, ਇਸ ਨਾਮ ਹੀ ਇਹ 9 ਇੰਦਰੇ ਜਿਹੜੇ ਹੈਗੇ ਕੁੱਲ ਬੰਦ, ਅਜ਼ਰ ਜਰੇ ਤਾਂ 9 ਕੁੱਲ ਬੰਦ। ਇਹ 9 ਦਰਵਾਜ਼ੇ ਬਾਹਰ ਨੂੰ ਖੁੱਲ੍ਹਦੇ, ਇਹਨਾਂ ਨੂੰ ਬੰਦ ਕਰਨਾ, 10ਵੇਂ ਨੂੰ ਖੋਲ੍ਹਣਾ। ਇਹ 9ਵੇਂ ਦਰਵਾਜ਼ੇ ਬੰਦ ਹੋ ਜਾਂਦੇ ਜਦੋਂ ਨਾਮ ਆਉਂਦਾ ਹੈ, ਪਰਮਾਤਮਾ ਦੇ ਨਾਲ ਮਨ ਜੁੜਨਾ ਸ਼ੁਰੂ ਹੋ ਜਾਂਦਾ ਹੈ। ਪੂਜੇ ਪ੍ਰਾਨ ਹੋਵੇ ਥਿਰ ਕੰਧ, ਕਹਿੰਦੇ ਜਦੋਂ ਆਦਮੀ ਨੂੰ ਸਵਾਸ ਪਰਮਾਤਮਾ ਸਿਮਰਨਾ ਆ ਜਾਂਦਾ ਹੈ, ਗੁਰੂ ਦੇ ਸਿੱਖ ਨੂੰ ਆ ਜਾਂਦਾ ਹੈ, ਸਵਾਸ ਉੱਠਦੇ ਬਹਿੰਦੇ ਖਾਂਦੇ ਪੀਂਦੇ ਸੌਂਦੇ ਵੀ ਇਹ ਸਿਮਰਨ ਹੋਣ ਲੱਗ ਜਾਂਦਾ, ਤਾਂ ਇਸ ਦਾ ਸਰੀਰ ਵਿਕਾਰਾਂ ਵੱਲੋਂ ਅਡੋਰ ਰਹਿੰਦਾ ਹੈ। ਪਰ ਇਹ ਨਾਮ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਵੀ ਕਿਸੇ ਨੇ ਨਾਮ ਕੰਨ 'ਚ ਦੇਤਾ ਜੀ ਨਾਮ ਆ ਗਿਆ। ਇਹ ਨਾਮ ਦੇ ਨਾਲ ਪੰਜੇ ਕਾਬੂ ਆ ਜਾਂਦੇ, 9 ਦਰਵਾਜ਼ੇ ਬੰਦ ਹੋ ਜਾਂਦੇ, 10ਵਾਂ ਖੁੱਲ੍ਹ ਜਾਂਦਾ। ਤੇ ਬਹੁਤ ਵੱਡੀ ਇਹ ਅਵਸਥਾ ਹੈ ਵੀ ਮਨ ਨੂੰ ਵਿਕਾਰਾਂ ਵੱਲੋਂ ਰੋਕਣਾ। ਪਰ ਮਨ ਜਿੰਨਾ ਚਿਰ ਪਰਮਾਤਮਾ ਨਾਲ ਨਹੀਂ ਜੁੜਦਾ ਉਹਨਾਂ ਚਿਰ ਰੁਕਦਾ ਨਹੀਂ ਹੈ। ਕਹਾਂ ਤੇ ਆਇਆ ਕਹਾਂ ਇਹ ਜਾਣ, ਕਹਿੰਦੇ ਕਿੱਥੋਂ ਆਇਆ ਕਿੱਥੇ ਇਸ ਨੇ ਜਾਣਾ ਹੈ। ਹੁਣ ਸਾਨੂੰ ਪਤਾ ਹੈ ਅਸੀਂ ਕਿੱਥੋਂ ਆਏ ਹਾਂ, ਸਾਡਾ ਜਨਮ ਕਿਵੇਂ ਹੋਇਆ, ਮੌਤ ਤੋਂ ਬਾਅਦ ਕਿੱਥੇ ਜਾਣਾ ਹੈ। ਬਾਣੀ ਸਭ ਕੁਝ ਕਲੀਅਰ ਲਿਖਿਆ ਵੀ ਕਿਵੇਂ ਅਸੀਂ ਆਏ ਹਾਂ, ਗਰਭ ਤੋਂ ਪਹਿਲਾਂ ਵੀ ਕਿੱਥੇ ਸੀ ਅਸੀਂ, ਉਹ ਵੀ ਬਾਣੀ 'ਚ ਬੜਾ ਕਲੀਅਰ ਹੈ। ਮੌਤ ਤੋਂ ਬਾਅਦ ਕੀ ਹੁੰਦਾ ਆਦਮੀ ਨਾਲ, ਅਲਾਨੀਆਂ ਦੇ ਪਾਠ ਦੇ ਵਿੱਚ ਬੜਾ ਕਲੀਅਰ ਹੈਗਾ। ਕਹਾਂ ਤੇ ਆਇਆ ਕਹਾਂ ਇਹ ਜਾਨ, ਜੀਵਤ ਮਰਤ ਰਹੇ ਪਰਵਾਨ। ਪਰ ਗੁਰੂ ਸਾਹਿਬ ਕਹਿੰਦੇ ਜੇ ਜਿਉਂਦਿਆਂ ਹੀ ਮਰ ਜਾਵੇ ਫਿਰ ਤਾਂ ਪਾਸ ਹੈ, ਨਹੀਂ ਅਸੀਂ ਸਾਰੇ ਫੇਲ ਹੈ, ਫਿਰ ਪਰਵਾਨ ਹੈ। ਜਿਉਂਦਿਆਂ ਮਰਨ ਦੀ ਟ੍ਰੇਨਿੰਗ ਲੈਣ ਵਾਸਤੇ ਅਸੀਂ ਬਾਣੀ ਪੜ੍ਹਦੇ ਹਾਂ। ਜੀਵਤ ਮਰਨਾ, ਜਿਉਂਦੇ ਜੀ ਹੀ ਆਪਣੇ ਆਪ ਨੂੰ ਸਭ ਤੋਂ ਬਾਹਰ ਕੱਢ ਲੈਣਾ, ਪੰਜਾਂ ਤੋਂ ਬਾਹਰ ਕੱਢ ਲੈਣਾ। ਦੁਨੀਆ ਦੇ ਕਾਸੇ ਚੀਜ਼ ਦੀ ਭੁੱਖ ਨਾ ਹੋਵੇ, ਉਹਨੂੰ ਜੀਵਤ ਮਰਨਾ ਕਿਹਾ ਹੈਗਾ। ਅੰਮ੍ਰਿਤ ਆਪ ਹੀ ਮਰ ਗਿਆ, ਜਿਉਂਦੇ ਹੀ ਮਰ ਗਿਆ। ਕਹਿੰਦਾ ਮੈਨੂੰ ਕਾਸੇ ਦੀ ਲੋੜ ਨਹੀਂ, ਕਹਿੰਦਾ ਕਾਹਦੀ ਲੋੜ ਆ, ਉਸ ਮਾਲਕ ਦੀ ਲੋੜ ਹੈ ਮੈਨੂੰ, ਬਸ ਦੁਨੀਆ ਦੀ ਕੋਈ ਚੀਜ਼ ਨਹੀਂ ਮੈਨੂੰ ਚਾਹੀਦੀ। ਉਸ ਪਰਮਾਤਮਾ ਨੂੰ ਹੀ ਕੇਵਲ ਕੱਲਾ ਉਹਨੂੰ ਚਾਹੁੰਦਾ, ਉਹ ਪਰਵਾਨ ਹੈ। ਹੁਕਮੇ ਬੂਝ ਤਤ ਪਛਾਣੇ, ਪਰ ਗੁਰੂ ਸਾਹਿਬ ਕਹਿੰਦੇ ਭਾਈ ਜੀਵਤ ਮਰਨ ਦੀ ਅਵਸਥਾ ਜਾਣਾ ਹੈ, ਜੇ ਤੁਸੀਂ ਪਾਸ ਹੋਣਾ ਹੈ, ਪਰਵਾਨ ਹੋਣਾ ਹੈ, ਤਾਂ ਬਾਣੀ ਰਾਹੀਂ ਪਹਿਲਾਂ ਹੁਕਮ ਨੂੰ ਬੁੱਝੋ ਤੇ ਤੱਤ ਨੂੰ ਪਛਾਣੋ। ਬਾਣੀ ਪੜ੍ਹ ਕੇ ਸਾਨੂੰ ਸਾਰੀ ਸਮਝ ਆ ਜਾਂਦੀ ਹੈ, ਸਾਰਾ ਬ੍ਰਹਮੰਡ ਕਿਵੇਂ ਬਣਿਆ, ਕਿਵੇਂ ਚੱਲ ਰਿਹਾ, ਹਰੇਕ ਚੀਜ਼ ਦੀ ਸਮਝ ਆ ਜਾਂਦੀ ਹੈ। ਪਰ ਬਾਣੀ ਪੜ੍ਹ ਕੇ ਹੁਕਮ ਦੀ ਬੂਝ ਹੁੰਦੀ ਹੈ। ਜਪਜੀ ਸਾਹਿਬ ਦੀ 2 ਪੌੜੀ ਹੁਕਮ ਸਮਝਾ ਦਿੰਦੀ ਹੈ ਸਾਨੂੰ, ਹੌਲੀ ਹੌਲੀ ਸਾਰੇ ਤੱਤ ਦੀ ਸਮਝ ਆ ਜਾਂਦੀ ਹੈ, ਗਿਆਨ ਆ ਜਾਂਦਾ। ਪਰਮਾਤਮਾ ਨੂੰ ਵੀ ਸਮਝ ਲੈਂਦੇ ਕਿਹੋ ਜਿਹਾ, ਤੇ ਗੁਰੂ ਦੀਆਂ ਪਾਵਰਾਂ ਦਾ ਵੀ ਪਤਾ ਲੱਗ ਜਾਂਦਾ, ਆਦਮੀ ਦੇ ਜੀਵਨ ਦਾ ਵੀ ਪਤਾ ਲੱਗ ਜਾਂਦਾ, ਆਪ ਦਾ ਵੀ ਪਤਾ ਲੱਗ ਜਾਂਦਾ ਵੀ ਮੈਂ ਕਿੱਥੇ ਖੜਾ, ਕਿੰਨਾ
पास है कि फेल है, ये सारा ज्ञान आ जाता है। पर वो बाणी तो बिना नहीं आता। बाणी पढ़ के हुक्म नूं समझना ते तत्त नूं पछानना, असलीयत नूं। पर असी बाणी दी असलीयत तत्त नहीं लैंदे, रट्टे लाउण लग जाते हैं, कल्ले रट्टे ला के खड़ जाते हैं। पर ये प्रसाद गुर ते जाने, पर ये ज्ञान, ये गुरु तो सारा ज्ञान मिलता है, प्रसाद मिलता है। ये गुरु की मेहर तो मिलती है ये सारा ज्ञान। होंदा फड़ियग नानक जान, ना हो ना मैं जोनी पान। पर गुरु साहब कहते समझ लैके कि ਉਹੀ फसदा है जो कहता मैं हाँ मैं होंदा फड़ियग जा। पर जे गुरु साहब कहते बाणी पढ़ के जे हों है मैं फिर तो नहीं छट सकते तुसी। बाणी पढ़ के मैं नहीं निकल सकती, तो ही निकलती है। ना हो जाना मैं जूनी पान, जिथे होनी मैं नहीं है, वो परमात्मा नाल तू ही करदा, उहदे नाल जुड़ जांदा है ते दुखां तो बाहर हो जांदा है, ते जुनियां तो बाहर हो जांदा है, जन्म मरण तो बाहर हो जांदा है, जिउंदे जी सुखी हो जांदा है। जिहड़ा जिउंदे जी आपदी हौमे छड्ड के परमात्मा नाल जुड़ के, जिन्ना चिर हौमे नहीं छड्डदे, परमात्मा नाल नहीं जुड़दे, परमात्मा नाल नहीं जुड़दे, पंजां नालों नहीं टुटदे, पंजां तो बाहर नहीं आउंदे। फिर गुरु साहब पौड़ी दे विच कह रहे हैं, पढ़िए नाम सलाहा होर बुद्धि मिथ्या, बिन सच्चे वपार जन्म बिरथया। गुरु साहब कहते भाई बाणी पढ़ के तुहानू नाम प्राप्त होना चाहिए। बाणी पढ़ के तुहानू परमात्मा की सिलसिला करनी आनी चाहिए है। तो जे तुहानू बाणी पढ़ के परमात्मा की सिलसिला करनी नहीं आती तो नाम नहीं मिलना, तो होर बुद्धि तो फिर सारी मिथ्या बेकार है। बाणी पढ़ के बस सिलसिला करके नाम प्राप्त करना है, तो नाम तो बिना होर अकलां व्यर्थ है। बिन सच्चे वपार जन्म बिरथया। जे गुरु साहब कहते तुसी बाणी पढ़ के सच्चे दे नाम का वपार नहीं कर सके तो तुहाडा जन्म व्यर्थ हो गया, गोबिंद नूं मिलदी वारी तुहाडी फेल हो गई। बाणी पढ़ के सच्चे का नाम का वपार करना सीखना सी। पर किहदा नाम लेना है? अंत ना पारा वार ना कि नहीं पाया, सब जग गर्भ गुबार तिन सच ना पाया। पर गुरु साहब कहते भाई उस परमात्मा जिहड़ा एक ओंकार है, जिहदा आद अंत नहीं पाया जा सकता, पता नहीं किड्डा क वड्डा, उरला ते परला बन्ना जिहदा लभ नहीं सकते, ਉਹਦਾ नाम चाहिए। पर गुरु साहब कहते सब जग गर्भ गुबार तिन सच ना पाया। पर आम बंदा इत्थे हरेक ही हौमे हंकार च इन्ना भर जाता है, पागल हो जाता, अन्ना हो जाता है हौमे हंकार च। ते ऐ जा हौमे हंकार वाला बंदा परमात्मा नूं चंगा नहीं लगता, हौमे हंकार वाला नाम नहीं जप सकता। बाणी साडा पहला हौमे हंकार नूं ही खत्म करदी है, जाल दिंदी है। चले नाम विसार तातन तत्या। पर गुरु साहब कहते भाई याद रखियो, चले नाम विसार तावन तत्या, बलदी अंदर तेल दुबदा कत्या। पर जे गुरु साहब का खालसा वाहिगुरु जी की फतेह। कोई अगर न तेरी पाते।